हेलो स्टूडेंट्स, ਅਸੀਂ ਕਰ ਰਹੇ ਹਾਂ ਕਲਾਸ 10th ਚੈਪਟਰ ਫਸਟ ਵਾਸਤਵਿਕ ਸੰਖਿਆਵਾਂ ਰੀਅਲ ਨੰਬਰ ਐਕਸਰਸਾਈਜ਼ 1.2। ਸੋ ਜਿਸ ਦੇ ਅਸੀਂ ਪਹਿਲੇ ਦੋ ਕੁਐਸਚਨ ਕਰ ਚੁੱਕੇ ਹਾਂ, ਨਾਲ ਇੰਟਰੋਡਕਸ਼ਨ ਦੀ ਕਲਾਸ ਵੀ ਅਸੀਂ ਲਗਾ ਚੁੱਕੇ ਹਾਂ ਤੇ ਹੁਣ ਅਸੀਂ ਸ਼ੁਰੂ ਕਰਾਂਗੇ ਆਪਣਾ ਕੁਐਸਚਨ ਨੰਬਰ 3rd। ਸੋ ਕੁਐਸਚਨ ਨੰਬਰ ਤੀਸਰੇ ਦੇ ਵਿੱਚ ਸਾਨੂੰ ਕਿਹਾ ਗਿਆ ਹੈ ਫਾਈਂਡ ਐਚਸੀਐਫ ਐਂਡ ਐਲਸੀਐਮ, ਮੰਮਾ ਸੱਸਾ ਬਾਬਾ ਤੇ ਲੱਲਾ ਸੱਸਾ ਬਾਬਾ ਪਤਾ ਕਰੋ। ਸੋ ਇਸ ਬਾਰੇ ਅਸੀਂ ਐਚਸੀਐਫ ਅਤੇ ਐਲਸੀਐਮ ਬਾਰੇ ਆਪਣੀ ਇੰਟਰੋਡਕਸ਼ਨ ਦੀਆਂ ਕਲਾਸਿਸ ਦੇ ਵਿੱਚ ਜਾਂ ਇਸ ਤੋਂ ਪਿਛਲੇ ਕੁਐਸਚਨ ਦੇ ਵਿੱਚ ਦੱਸ ਚੁੱਕੇ ਹਾਂ। ਸੋ ਉਹ ਤੁਹਾਨੂੰ ਕਨਸੈਪਟ ਜਿਹੜਾ ਹੁਣ ਕਲੀਅਰ ਹੋਵੇਗਾ। ਸੋ ਸ਼ੁਰੂ ਕਰਦੇ ਹਾਂ ਆਪਣਾ ਕੁਐਸਚਨ। ਕਰਨਾ ਕਿਹੜੇ ਮੈਥਡ ਨਾਲ? ਅਸੀਂ ਪ੍ਰਾਈਮ ਫੈਕਟਰਾਈਜੇਸ਼ਨ ਮੈਥਡ ਦੇ ਨਾਲ। ਪ੍ਰਾਈਮ ਫੈਕਟਰਾਈਜੇਸ਼ਨ ਮੈਥਡ, ਜਿਸ ਦੀ ਗੱਲ ਕਰੀਏ ਤਾਂ ਅਸੀਂ ਲਿਖ ਦਾਂਗੇ PFM, ਭਾਜ गुणनखंड विधि। सो ਅਸੀਂ ਆਪਣੀਆਂ ਸੰਖਿਆਵਾਂ ਲਿਖਦੇ ਹਾਂ 12, 15 ਅਤੇ 21। ਸੋ ਸਭ ਤੋਂ ਪਹਿਲਾਂ ਵੇਖਦੇ ਹਾਂ ਕਿ ਸਾਡੇ ਕਿਸ ਕਾਮਨ ਜਿਹੜਾ ਇਸ ਦਾ ਫੈਕਟਰ ਹੈ ਜਿਸ ਦੇ ਨਾਲ ਡਿਵਾਈਡ ਹੋ ਰਿਹਾ ਹੈ। ਸੋ 3 ਦੇ ਨਾਲ 3 4 ਦਾ 12, 3 5 ਦਾ 15, 3 7 ਦਾ 21। ਸੋ 3 ਚੌਕੇ 12, 3 ਪੰਜੇ 15, 3 ਸੱਤਾ 21। ਸੋ ਇਸ ਤੋਂ ਬਾਅਦ ਦੇਖੋ ਸਾਡੇ ਕੋਲ ਜਿਹੜਾ 4 ਹੈ ਉਹ 2 ਦੇ ਟੇਬਲ 'ਚ ਆਉਂਦਾ ਹੈ, 5 ਜਿਹੜਾ ਹੈ ਉਹ 5 ਦੇ ਟੇਬਲ 'ਚ ਹੀ ਆਉਂਦਾ ਹੈ, 7 ਜਿਹੜਾ ਉਹ ਆਪਣੇ 7 ਦੇ ਟੇਬਲ 'ਚ ਹੀ ਆਉਂਦਾ ਹੈ। ਮਤਲਬ ਕਿ ਕੋਈ ਵੀ ਸੰਖਿਆ ਜਿਹੜੀ ਆ ਉਹ ਇੱਕ ਕਾਮਨ ਫੈਕਟਰ ਦੇ ਨਾਲ ਡਿਵਾਈਡ ਜਿਹੜੀ ਉਹ ਨਹੀਂ ਹੋ ਰਹੀ। ਇਸ ਲਈ ਇਹ ਕੁਐਸਚਨ ਸਾਡਾ ਇੱਥੇ ਖਤਮ ਜਿਹੜਾ ਹੋ ਜਾਏਗਾ ਤੇ ਸਾਡੇ ਕੋਲ ਫਾਈਂਡ ਕੀ ਹੋਏਗਾ? 12, 15 ਅਤੇ 21 ਦਾ HCF ਜਾਂ ਜਿਸ ਨੂੰ ਕੀ ਕਹਿੰਦੇ ਆ HCF ਨੂੰ ਮੰਮਾ ਸੱਸਾ ਬਾਵਾ ਅਤੇ LCM ਸਾਡਾ ਕੀ ਹੁੰਦਾ ਹੈ? ਲੱਲਾ ਸੱਸਾ ਬਾਵਾ। ਸੋ HCF ਸਾਡਾ ਆ ਗਿਆ 3। ਹੁਣ ਅਸੀਂ ਆਪਣਾ LCM ਵੇਖਦੇ ਹਾਂ। ਸੋ ਫਿਰ ਆ ਗਿਆ ਸਾਡੇ ਕੋਲ 12, 15, 21। ਸੋ 3 ਨਾਲ ਡਿਵਾਈਡ ਕਰਦੇ ਹਾਂ, 3 4 ਦਾ 12, 3 5 ਦਾ 15, 3 7 ਦਾ 21। ਸੋ ਇਸ ਤੋਂ ਬਾਅਦ 2 ਦੇ ਨਾਲ 2 2 ਦਾ 4, 5 ਇਸ ਤਰ੍ਹਾਂ ਹੀ 7, ਕਿਉਂਕਿ 2 ਦੇ ਟੇਬਲ ਦੇ ਵਿੱਚ ਸਾਡੇ ਕੋਲ 5 ਤੇ 7 ਨਹੀਂ ਆਉਂਦਾ। ਇਸ ਲਈ ਹੁਣ ਅਸੀਂ ਫਿਰ 2 ਨਾਲ ਵੰਡਦੇ ਹਾਂ, 2 1 ਦਾ 2, 5 ਆ ਗਿਆ, 7 ਆ ਗਿਆ। ਸੋ ਹੁਣ ਅਸੀਂ 5 ਨਾਲ ਵੰਡਦੇ ਹਾਂ, 1 5 1 ਦਾ 5, 7, ਫਿਰ 7 ਦੇ ਨਾਲ 1 1 ਤੇ 7 1 ਦਾ 7। ਹੁਣ ਦੇਖੋ ਨੀਚੇ ਸਾਡੇ ਕੋਲ 1 1 1 ਆ ਗਿਆ। ਇਸ ਤਰ੍ਹਾਂ ਜਦੋਂ ਕੁਐਸਚਨ ਅਸੀਂ ਪੂਰਾ ਕੰਪਲੀਟ 1 1 ਤੇ ਕਰਦੇ ਹਾਂ ਤਾਂ ਅਸੀਂ ਆਪਣਾ LCM ਜਿਹੜਾ ਉਹ ਫਾਈਂਡ ਕਰਾਂਗੇ। ਸੋ ਇੱਥੇ ਸਾਡੇ ਕੋਲ ਆਏਗਾ 12, 15 ਅਤੇ 21 ਦਾ। ਸੋ ਇੰਗਲਿਸ਼ ਲਿਖਾਂਗੇ, ਇੱਥੇ ਐਂਡ ਲਿਖ ਦੇਣਾ ਤੁਸੀਂ ਇੱਥੇ ਦੀ ਜਗ੍ਹਾ ਤੇ। ਤਾਂ LCM ਸਾਡਾ ਆ ਗਿਆ, ਜਿੰਨੇ ਵੀ ਫੈਕਟਰ ਦੇ ਜੋ ਵੀ ਵੈਲਿਊਜ਼ ਆਈਆਂ ਹਨ ਸਾਡੇ ਕੋਲ ਸਾਰੀਆਂ ਵੈਲਿਊਜ਼ ਨੂੰ ਅਸੀਂ ਮਲਟੀਪਲਾਈ ਕਰ ਦੇਣਾ ਹੈ। ਸਾਡਾ ਆਏਗਾ 3 2 2 5 ਐਂਡ 7। ਸਾਰਿਆਂ ਨੂੰ ਮਲਟੀਪਲਾਈ ਕਰਾਂਗੇ। 3 2 ਦਾ 6, 6 2 ਦਾ 12। ਸੋ ਇਸ ਤਰ੍ਹਾਂ ਕਰ ਲਓ, ਨਹੀਂ ਤਾਂ ਤੁਸੀਂ ਈਜ਼ੀ ਰਹੇਗਾ। 6 2 5 ਦਾ 10, ਫਿਰ 7, 6 10 ਦਾ 60, ਫਿਰ 7। ਸੋ 7 ਨੂੰ 60 ਨਾਲ ਮਲਟੀਪਲਾਈ ਕੀਤਾ, ਸਾਡੇ ਕੋਲ ਹੈਗਾ 420। ਸੋ ਇਹ ਸਾਡਾ ਜਿਹੜਾ LCM ਹੈ ਜਾਂ ਲੱਲਾ ਸੱਸਾ ਬਾਬਾ ਜਿਹੜਾ ਹੈ ਉਹ ਪ੍ਰਾਪਤ ਹੋ ਜਾਂਦਾ ਹੈ। ਸੋ ਇਹ ਸੀ ਸਾਡਾ ਕੁਐਸਚਨ 3rd ਦਾ ਫਸਟ ਪਾਰਟ। ਸੋ ਸੈਕੰਡ ਪਾਰਟ ਸ਼ੁਰੂ ਕਰਦੇ ਹਾਂ। PFM, ਸੋ ਜਾਂ ਸਾਡੀ ਭਾਜ ਗੁਣਨਖੰਡ ਵਿਧੀ। ਸੋ ਫਾਈਂਡ ਕਰਦੇ ਅਸੀਂ ਆਪਣਾ HCF। ਸੋ ਵੈਲਿਊ ਸਾਡੇ ਕੋਲ 17, 23 ਐਂਡ 29। ਹੁਣ ਅਸੀਂ 17 ਦਾ 12, ਦੇਖੋ ਸਭ ਤੋਂ ਛੋਟੀ ਸੰਖਿਆ ਜਿਹੜੀ ਹੈ ਉਸ ਨੂੰ ਥੋੜਾ ਤੁਸੀਂ ਟੇਬਲ ਜਿਹੜਾ ਉਸ ਦਾ ਰੀਡ ਕਰਨਾ ਸ਼ੁਰੂ ਕਰ ਲੈਣਾ ਹੈ। 17 1 ਦਾ 17, 17 17 2 ਦਾ 34। ਸੋ ਦੇਖੋ 23 29 ਕੋਈ ਵੀ ਵੈਲਿਊ ਜਿਹੜੀ 17 ਦੇ ਟੇਬਲ 'ਚ ਨਹੀਂ ਆ ਰਹੀ। ਸੋ ਇਹ ਤਿੰਨੇ ਸੰਖਿਆਵਾਂ ਸਾਡੇ ਕੋਲ ਕੀ ਹਨ? ਪ੍ਰਾਈਮ ਨੰਬਰ ਹਨ ਤਿੰਨੋਂ। ਸੋ ਇਹਨਾਂ ਦੇ ਤਿੰਨਾਂ ਦੇ ਵਿੱਚ ਕੋਈ ਵੀ ਸਾਂਝਾ ਜਿਹੜਾ ਫੈਕਟਰ ਜਾਂ ਗੁਣਨਖੰਡ ਜਿਹੜਾ ਉਹ ਨਹੀਂ ਹੈ। ਕੋਈ ਵੀ ਸੰਖਿਆ ਸਾਡੀ ਕੋਈ ਕਾਮਨ ਵੈਲਿਊ ਦੇ ਨਾਲ ਜਿਹੜੀ ਉਹ ਨਹੀਂ ਵੰਡੀ ਜਾ ਰਹੀ। ਸੋ ਇਹ ਦੇਖੋ ਸਾਡੇ ਕੋਲ ਅਗਰ 17 ਨਾਲ ਵੰਡਾਂਗੇ ਤਾਂ 17 ਵੰਡਿਆ ਜਾਏਗਾ, 23 ਤੇ 29 ਰਹਿ ਜਾਣਗੇ। ਸੋ ਇਸ ਲਈ ਅਸੀਂ ਲਿਖਦੇ ਹਾਂ there is no common factor
among 17, 23 and 29. So therefore HCF होएगा साडा 1। HCF बराबर की हो जाएगा 1। किस तरह देखो 17 ਨੂੰ ਜੇਕਰ ਅਸੀਂ ਲਿਖੀਏ ਇਹ ਬਰਾਬਰ ਆਏਗਾ ਸਾਡੇ ਕੋਲ 17 ਗੁਣਾ 1। 23 ਨੂੰ ਲਿਖੀਏ ਅਸੀਂ ਲਿਖਾਂਗੇ 23 ਮਲਟੀਪਲਾਈ 1। 29 ਨੂੰ ਲਿਖਾਂਗੇ 29 ਮਲਟੀਪਲਾਈ 1। ਸੋ ਸਾਰੇ ਚ ਦੇਖੋ ਸਾਂਝਾ ਗੁਣਨਖੰਡ ਕਿਹੜਾ ਆਇਆ, 1 ਹੀ ਆ ਰਿਹਾ ਨਾ, ਇਸ ਕਰਕੇ ਇਸ ਦਾ HCF ਕਿੰਨਾ ਹੋ ਜਾਏਗਾ, 1 ਹੋ ਜਾਏਗਾ। ਸੋ ਇਸ ਤੇ ਲਿਖਦੇ ਹਾਂ ਅਸੀਂ ਇੱਥੇ ਕੋਈ ਵੀ ਸਾਂਝਾ ਗੁਣਨਖੰਡ 1 ਤੋਂ ਇਲਾਵਾ नहीं है, इसलिए मम्मा ससा बाबा बराबर होएगा साडा 1। सो ये इंग्लिश लिख सकते हैं, असीं पंजाबी लिख सकते हैं, ठीक है। सो इस तो बाद साडा आंदा है LCM। सो LCM दे लिए देखो 17, 23 एंड 29। सो 17 ਨਾਲ डिवाइड करते हैं 1, 23 इस तरह, 29 भी इस तरह ही। सो फिर 23 ਦੇ ਨਾਲ 1 1 29। सो फिर 29 ਦੇ ਨਾਲ 1 1 1 1। ਹੁਣ ਸਾਡਾ LCM ਆਏਗਾ, LCM ਜਾਂ ਲੱਲਾ ਸੱਸਾ ਵਾਵਾ। ਸੋ ਮਲਟੀਪਲਾਈ ਕਰ ਦੇਣਾ 17 23 29। ਸੋ ਇਹਨਾਂ ਤਿੰਨਾਂ ਵੈਲਿਊਜ਼ ਨੂੰ ਮਲਟੀਪਲਾਈ ਕਰਕੇ ਜੋ ਵੀ ਆਏਗਾ ਉਹ ਤੁਹਾਡਾ ਜਿਹੜਾ ਆਨਸਰ ਜਿਹੜਾ ਉਹ ਹੋ ਜਾਏਗਾ। ਸੋ ਤਿੰਨਾਂ ਨੂੰ ਤੁਸੀਂ ਮਲਟੀਪਲਾਈ ਕਰ ਲੈਣਾ ਹੈ, ਗੁਣਾ ਕਰ ਲੈਣੀ ਹੈ, ਜੋ ਵੀ ਆਨਸਰ ਆ ਗਿਆ ਤੁਹਾਡਾ ਇੱਥੇ ਉਹ ਆ ਜਾਏਗਾ, ਠੀਕ ਹੈ। ਸੋ ਚੱਲਦੇ ਆ ਆਪਣੇ ਅਸੀਂ ਪਾਰਟ 3 ਦੇ ਵੱਲ। ਸੋ ਪਾਰਟ 3 ਦੇ ਵਿੱਚ ਸਾਡੇ ਕੋਲ ਸੰਖਿਆ ਦਿੱਤੀਆਂ ਗਈਆਂ ਹਨ 8 9 25। ਸੋ PFM ਪ੍ਰਾਈਮ ਫੈਕਟਰਾਈਜ਼ੇਸ਼ਨ ਮੈਥਡ HCF। ਸੋ HCF ਫਾਈਂਡ ਕਰਦੇ ਆ, ਸਾਡੇ ਕੋਲ ਆ ਜਾਏਗਾ 8 9 25। ਹੁਣ 8 9 25 ਦੇ ਵਿੱਚ ਦੇਖੋ ਕਿ ਅਸੀਂ 8 ਕਿਹੜੇ ਟੇਬਲ 'ਚ ਆਉਂਦਾ, 2 ਦੇ ਟੇਬਲ 'ਚ। ਸੋ ਬਾਕੀ ਦੋਵੇਂ ਔਡ ਨੰਬਰ ਹਨ, ਈਵਨ ਕਿਹੜਾ ਹੈ 8 ਹੈ ਇਕੱਲਾ, 8 ਹੀ ਸਾਡੇ ਕੋਲ ਜਿਸ ਸੰਖਿਆ, ਬਾਕੀ ਦੋਵੇਂ ਸੰਖਿਆਵਾਂ ਟਾਂਕ ਹਨ ਸਾਡੇ ਕੋਲ। ਇਸ ਲਈ ਇੱਕ ਸੰਖਿਆ 2 ਨਾਲ ਵੰਡੀ ਜਾਏਗੀ ਤੇ ਬਾਕੀ ਟਾਂਕ ਸੰਖਿਆਵਾਂ ਇੱਕ 3 ਨਾਲ ਵੰਡੀ ਜਾਂਦੀ, ਇੱਕ 5 ਨਾਲ ਵੰਡੀ ਜਾਂਦੀ ਹੈ। ਸੋ 8 ਨੂੰ ਲਿਖੀਏ ਤਾਂ ਸਾਡੇ ਕੋਲ ਕੀ ਆ ਜਾਏਗਾ, 8 ਦੇ ਫੈਕਟਰ 2 ਮਲਟੀਪਲਾਈ 2 ਮਲਟੀਪਲਾਈ 2 ਮਲਟੀਪਲਾਈ 1। ਸੋ 9 ਦੇ ਆ ਗਏ 3 ਮਲਟੀਪਲਾਈ 3 ਮਲਟੀਪਲਾਈ 1। ਸੋ 25 ਦੇ ਆ ਗਏ 5 ਮਲਟੀਪਲਾਈ 5। ਸੋ ਇਸ ਤਰ੍ਹਾਂ ਵੀ ਲਿਖ ਸਕਦੇ ਹੋ ਤੁਸੀਂ, ਸਿੱਧਾ ਵੀ ਇਸ ਤਰ੍ਹਾਂ ਵੀ ਕੁਐਸਚਨ ਨੂੰ ਜਿਹੜਾ ਕਿ ਕਰ ਸਕਦੇ ਆ। ਥੋੜਾ ਜਿਹਾ ਮੈਥਡ ਮੈਂ ਚੇਂਜ ਕੀਤਾ ਕਿ ਤੁਹਾਨੂੰ ਦੋਵੇਂ ਚੀਜ਼ਾਂ ਜਿਹੜੀਆਂ ਕਲੀਅਰ ਹੋ ਜਾਣ। ਸੋ ਹੁਣ ਦੇਖੋ 8 ਇੱਥੇ 2 ਆਂਦਾ, 3 ਆਂਦਾ, 5 ਆਂਦਾ, ਕਾਮਨ ਕੁਝ ਨਹੀਂ ਆ ਰਿਹਾ, ਸਿਰਫ ਕਾਮਨ ਕੀ ਆ ਰਿਹਾ 1 1 1। ਸੋ देयरफॉर ਸਾਡਾ HCF और मम्मा ससा बाबा की आ जाएगा 1 आ जाएगा। कंडीशन साडी यही रहेगी क्योंकि देयर इज नो कॉमन फैक्टर एक्सेप्ट दी 1, एक तो अलावा कोई भी कॉमन फैक्टर जेड़ा नहीं है। सो एलसीएम फाइंड करना, देखो इस तो असीं एलसीएम फाइंड करांगे। सो 8 ਨੂੰ ਅਸੀਂ ਲਿਖਦੇ ਹਾਂ ਕਿ 8 ਕਿਹਦੇ ਬਰਾਬਰ ਆਂਦਾ 2 रेज़ टू दी पावर 3 मल्टीप्लाई 1। सो 9 3 रेज़ टू दी पावर 2 मल्टीप्लाई 1। सो 25 इज इक्वल टू 5 दी पावर 2 इज इक्वल टू 1। सो क्वेश्चन देखो इस तरह भी सॉल्व हो सकता है, इस तरह भी हो सकता है। सो हाईएस्ट पावर देखो साडी 3 आ गई, इत्थे 2 आ गई, इत्थे 5 आ गई। सो बच की जाना साडे को हाईएस्ट पावर ले लेनी है असी, ठीक है। सो एलसीएम साडे को आ जाएगा 2 दी पावर 3 साडे को 8 ही आ जाएगा, 3 दी पावर स्क्वायर साडे को 9 ही आ जाएगा। सो 5 दी पावर 2 साडे को 25 ही आ जाएगा, ठीक है। इन्हां तिन्नां वैल्यूज़ नूं असीं मल्टीप्लाई कर दांगे। सो जो भी आएगा वो साडा जिहड़ा इत्थे आंसर जिहड़ा तिन्नां वैल्यूज़ नूं मल्टीप्लाई करांगे। सो मल्टीप्लाई करन दे नाल जो भी साडा आंसर आया वो साडा आंसर जिहड़ा वो आ जाएगा। सो आंसर की बन जाएगा 25 नूं 8 नाल मल्टीप्लाई कर लो। सो साडा की आ गया 200 नूं 9 नाल कर लो 0 0 18। सो 1800 जिहड़ा साडा इत्थे आंसर है वो आ जाएगा। सो इस तरह ये सी साडा एक्सरसाइज 1.2 का क्वेश्चन नंबर 3। उम्मीद करता है क्वेश्चन जो थानू क्लीयर हो गया होगा। अगर फिर भी कोई प्रॉब्लम या थानू डाउट रहता है तो कमेंट बॉक्स में तुसी दस सकते हो। सो थैंक यू, मिलते हैं नेक्स्ट क्लास नेक्स्ट क्वेश्चन के नाल।